ਦੋਸਤੋ ਨਮਸਕਾਰ। ਮੈਂ ਪ੍ਰੋਫਿਟ ਫਰੋਮ ਇਟ ਫੈਮਿਲੀ ਕਨਿਓ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਸਭ ਨਾਲੋਂ ਪਹਿਲਾਂ ਮੈਂ ਆਪਣੇ ਮੈਂਟਰ, ਆਪਣੇ ਟੀਚਰ ਪਿਊਸ਼ ਪਟੇਲ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਕਿ ਸਾਨੂੰ 4 ਮਹੀਨੇ ਦੇ ਕੋਰਸ ਦੇ ਵਿੱਚ ਉਹ ਸਾਰੀ ਟ੍ਰੇਨਿੰਗ ਦੇ ਦਿੱਤੀ, ਜਿਸ ਦੇ ਵਿੱਚ ਕਿ ਅਸੀਂ ਕੰਪਨੀਆਂ ਦੇ ਫਾਈਨੈਂਸ਼ੀਅਲ ਡਾਟਾ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ ਤੇ ਇੱਕ ਇੰਡੀਪੈਂਡੈਂਟ ਇਨਵੈਸਟਰ ਬਣ ਸਕੀਏ। ਉਹ ਸਕਿੱਲਸ ਸਾਡੇ ਅੰਦਰ ਡਿਵੈਲਪ ਕੀਤੀਆਂ ਕਿ ਅਸੀਂ ਅੱਜ ਇੱਕ ਇੰਡੀਪੈਂਡੈਂਟ ਇਨਵੈਸਟਰ ਔਰ ਤੁਹਾਡੇ ਸਾਹਮਣੇ ਡਾਟਾ ਨੂੰ ਪ੍ਰੈਜੈਂਟੇਬਲ ਫਾਰਮ ਦੇ ਵਿੱਚ ਲੈ ਕੇ ਆਉਣ ਲਈ ਸਾਨੂੰ ਟ੍ਰੇਨ ਕੀਤਾ। ਤੇ ਇਹ ਸਾਡੇ ਲਈ ਬਹੁਤ ਹੀ ਚੰਗਾ ਤੇ ਗਰਵ ਦਾ ਵਿਸ਼ਾ ਸੀ ਕਿ ਦਸੰਬਰ 2021 ਦੇ ਵਿੱਚ ਇਨਰ ਵਿਊ ਮੈਗਜ਼ੀਨ ਕਨਿਓ ਸਾਡੇ ਟੀਚਰ ਪਿਊਸ਼ ਪਟੇਲ ਜੀ ਨੂੰ ਬੈਸਟ ਟੌਪ 10 ਸਟਾਕ ਮਾਰਕੀਟ ਟ੍ਰੇਨਰ ਦੇ ਤੌਰ ਤੇ ਚੁਣਿਆ ਗਿਆ। ਦੋਸਤੋ, ਜੇ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਮੈਂ ਗੱਲ ਕਰਾਂ, ਸਾਡੀ ਤੀਜੀ ਤਿਮਾਹੀ ਦੇ ਰਿਜ਼ਲਟਸ ਦੀ ਇੱਕ ਕੜੀ ਚੱਲ ਰਹੀ ਹੈ, ਜਿਸ ਦੇ ਵਿੱਚ ਅੱਜ ਮੈਂ ਭਾਰਤ ਇਲੈਕਟ੍ਰੋਨਿਕਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਪੇਸ਼ ਕਰੂੰਗਾ। ਮੈਂ ਅਰੁਣ ਕੁਮਾਰ ਪੰਜਾਬ ਤੋਂ ਬਿਲੋਂਗ ਕਰਦਾ ਹਾਂ, ਸ਼ਹਿਰ ਖੰਨਾ ਤੋਂ। ਸਤੰਬਰ 2020 ਦਾ ਸਟੂਡੈਂਟ ਹਾਂ ਪ੍ਰੋਫਿਟ ਫਰਮ ਇਟ ਦਾ। ਤੇ ਮੈਂ ਇੱਕ ਬਿਜ਼ਨਸ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ, ਜਿਸ ਦੇ ਵਿੱਚ ਅਸੀਂ ਰਾਈਸ ਔਰ ਪਲਸਿਸ ਦੀ B2B ਕੈਟਾਗਰੀ ਦੇ ਵਿੱਚ ਸਪਲਾਈ ਕਰਦੇ ਹਾਂ। ਦੋਸਤੋ, ਜੇ ਆਪਾਂ ਗੱਲ ਕਰੀਏ ਭਾਰਤ ਇਲੈਕਟ੍ਰੋਨਿਕਸ ਬਾਰੇ, ਤਾਂ ਇਹ ਕੰਪਨੀ ਡਿਫੈਂਸ ਸੈਕਟਰ ਦੇ ਵਿੱਚ ਲਿਸਟਡ ਹੈ, ਜਿਸ ਦੇ ਵਿੱਚ ਕਿ ਅਸੀਂ ਪੂਰੇ ਜੇ ਗੱਲ ਕਰੀਏ ਤਾਂ ਇੰਡੀਆ ਆਪਣੀ GDP ਦਾ ਤਕਰੀਬਨ 3% ਹਿੱਸਾ ਆਪਣੇ ਡਿਫੈਂਸ ਉੱਤੇ ਖਰਚ ਕਰਦਾ ਹੈ। ਔਰ ਜੇ ਟੋਟਲ ਗਲੋਬਲ ਸਪੈਂਡਿੰਗ ਦੀ ਗੱਲ ਕਰੀਏ ਤਾਂ ਅਸੀਂ ਟੋਟਲ 4% ਗਲੋਬਲ ਸਪੈਂਡਿੰਗ ਦੇ ਤੌਰ ਤੇ ਆਪਣੇ ਡਿਫੈਂਸ ਉੱਤੇ ਖਰਚ ਕਰਦੇ ਹਾਂ। ਪਰ ਜੇ ਫਿਗਰ ਦੇ ਉੱਤੇ ਜਾਈਏ ਤਾਂ ਆਪਾਂ ਯੂਨਾਈਟਿਡ ਸਟੇਟ ਤੋਂ 1/10 ਹਿੱਸਾ ਖਰਚ ਕਰ ਰਹੇ ਹਾਂ ਔਰ ਚਾਈਨਾ ਤੋਂ ਤਕਰੀਬਨ 1/3 ਹਿੱਸਾ ਖਰਚ ਕਰ ਰਹੇ ਹਾਂ। ਜਦਕਿ ਸਾਨੂੰ ਪਤਾ ਹੈ, ਜੇ ਆਪਣੀ ਖੇਤਰੀ ਸੀਮਾਵਾਂ ਨੂੰ ਆਪਾਂ ਸੁਰੱਖਿਅਤ ਰੱਖਣਾ ਹੈ ਤਾਂ ਆਪਾਂ ਨੂੰ ਡਿਫੈਂਸ ਦੇ ਵਿੱਚ ਬਹੁਤ ਵਧੀਆ ਹੋਣਾ ਪਊਗਾ। ਤੇ ਇਸ ਲਈ ਸਰਕਾਰ ਬਹੁਤ ਵੱਡੇ ਵੱਡੇ ਕਦਮ ਵੀ ਚੁੱਕ ਰਹੀ ਹੈ। ਆਉਣ ਵਾਲੀ ਮਾਰਚ ਦੇ ਵਿੱਚ ਸਰਕਾਰ ਡਿਫੈਂਸ ਐਕਸਪੋ ਲਗਾਉਣ ਜਾ ਰਹੀ ਹੈ, ਜਿਸ ਦੇ ਵਿੱਚ ਇੰਡੀਆ ਨੂੰ ਇੱਕ ਐਮਰਜਿੰਗ ਡਿਫੈਂਸ ਮੈਨੂਫੈਕਚਰਿੰਗ ਹੱਬ ਦੇ ਤੌਰ ਤੇ ਇੱਕ ਰਿਪਰੈਜ਼ੈਂਟ ਕੀਤਾ ਜਾਊਗਾ ਤੇ ਅਸੀਂ ਇਸ ਦੇ ਵੱਲ ਕਾਫੀ ਚੰਗੀ ਤਰ੍ਹਾਂ ਵੱਧ ਵੀ ਰਹੇ ਹਾਂ। ਦੋਸਤੋ, ਇਸ ਬਜਟ ਦੇ ਵਿੱਚ ਜੋ ਅਨਾਉਂਸਮੈਂਟ ਕੀਤੀ ਗਈ 2022-23 ਦੇ ਵਿੱਚ ਸਰਕਾਰ ਟੋਟਲ 21 ਲੱਖ ਕਰੋੜ ਦਾ ਖਰਚਾ ਕਰ ਰਹੀ ਹੈ, ਜਿਸ ਦੇ ਵਿੱਚ ਸਿਰਫ 25% ਇਸ ਬਜਟ ਦਾ 1/4 ਹਿੱਸਾ ਡਿਫੈਂਸ ਉੱਤੇ ਖਰਚ ਕੀਤਾ ਜਾ ਰਿਹਾ ਹੈ, ਜਿਹੜਾ ਕਿ 5,25,166 ਕਰੋੜ ਰੁਪਏ ਹੈ। ਦੋਸਤੋ, ਜੇ ਗੱਲ ਕਰੀਏ ਇਸ ਸੈਕਟਰ ਦੀ, ਤਾਂ ਇਸ ਸੈਕਟਰ ਦੇ ਵਿੱਚ 12 ਕੰਪਨੀਆਂ ਲਿਸਟਡ ਨੇ, ਜਿਨ੍ਹਾਂ ਦੇ ਵਿੱਚ ਭਾਰਤ ਇਲੈਕਟ੍ਰੋਨਿਕ ਇਕਵਿਪਮੈਂਟਸ ਦੇ ਨਾਲ ਉਹਨਾਂ ਦੀ ਐਡਵਾਂਸਮੈਂਟ ਦੇ ਉੱਤੇ ਖਰਚ ਕਰਦੀ ਹੈ। ਭਾਰਤ ਡਾਇਨਾਮਿਕਸ ਐਮੂਨੀਸ਼ਨ ਤੇ ਮਿਜ਼ਾਈਲ ਸਿਸਟਮ ਉੱਤੇ ਕੰਮ ਕਰਦੀ ਹੈ। ਮੈਸਡੋ ਕੰਪਨੀ ਹੈ, ਉਹ ਵਾਰਸ਼ਿਪਸ ਔਰ ਸਬਮੈਰੀਨਸ ਬਣਾਉਂਦੀ ਹੈ। ਡਾਟਾ ਪੈਟਰਨ ਜਿਹੜੀ ਕੰਪਨੀ ਹੈ, ਉਹ एरोस्पेस इलेक्ट्रॉनिक सॉल्यूशंस प्रोवाइड करती है। मिधानी कंपनी मैटल अलॉयज और मैन्युफैक्चरिंग की हाई टैंपरेचर उत्ते किहड़ी मैटल्स काम कर सकदियां ने उन्हां दे उत्ते काम करती है। GRSC शिप मैन्युफैक्चरर कंपनी है। पारस कंपनी है जिहड़ी वो ऑप्टिक्स के उत्ते डिफेंस इलैक्ट्रॉनिक और हैवी इंजीनियरिंग से काम करती है। एस्ट्रा माइक्रो कंपनी दोस्तों कम्युनिकेशन इक्विपमेंट और एरोस्पेस प्रोडक्ट्स के उत्ते काम करती है। ਜ਼ੈਨਟੈਕ ਹੈ ਜਿਹੜੀ ਕੰਬੈਟ ਟ੍ਰੇਨਿੰਗ, ਕੰਬੈਟ ਦਾ ਮਤਲਬ ਲੜਾਈ ਦੇ ਵਿੱਚ ਟ੍ਰੇਨਿੰਗ ਸੋਲਿਊਸ਼ਨਸ ਕਿਵੇਂ ਵੱਧ ਵਧੀਆ ਤਰੀਕੇ ਨਾਲ ਪ੍ਰੋਵਾਈਡ ਕੀਤੇ ਜਾਣ, ਉਹਦੇ ਉੱਤੇ ਕੰਮ ਕਰਦੀ ਹੈ। ਸਿੱਕਾ ਕੰਪਨੀ ਹੈ, ਇੰਜੀਨੀਅਰਿੰਗ ਮੈਨੂਫੈਕਚਰਿੰਗ ਸੋਲਿਊਸ਼ਨ ਉੱਤੇ ਕੰਮ ਕਰਦੀ ਹੈ। ਅਪੋਲੋ ਕੰਪਨੀ ਹੈ ਜਿਹੜੀ ਕਸਟਮ ਬਿਲਡ ਇਲੈਕਟ੍ਰੋਨਿਕ, ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਇਲੈਕਟ੍ਰੋਨਿਕ ਹਾਰਡਵੇਅਰ ਬਿਲਡ ਕਰਦੀ ਹੈ। ਆਰ ਨੇਵਲ ਹੈ ਜਿਹੜੀ ਕੰਪਨੀ ਸ਼ਿਪ ਬਿਲਡਿੰਗ ਦੇ ਵਿੱਚ ਸੀ, ਬਟ ਉਹ ਕਾਰਪੋਰੇਟ ਇਨਸੋਲਵੈਂਸੀ ਪ੍ਰੋਸੈਸ ਦੇ ਵਿੱਚ ਅੱਜ ਕੱਲ੍ਹ ਚੱਲ ਰਹੀ ਹੈ। ਦੋਸਤੋ, ਜੇ ਆਪਾਂ ਭਾਰਤ ਇਲੈਕਟ੍ਰੋਨਿਕ ਦੀ ਗੱਲ ਕਰੀਏ, ਜਿਹੜੀ ਕੰਪਨੀ ਅੱਜ ਆਪਾਂ ਡਿਸਕਸ ਕਰ ਰਹੇ ਹਾਂ, ਤਾਂ ਬੈਂਗਲੌਰ ਦੇ ਵਿੱਚ ਇਹ 1954 ਦੇ ਵਿੱਚ ਸ਼ੁਰੂ ਹੋਈ ਸੀ, ਜਿਹਦੀ ਕਿ ਫੋਟੋ ਸਾਡੇ ਸਾਹਮਣੇ ਹੈ। ਇਸ ਦਾ ਭੂਮੀ ਪੂਜਨ ਹੋ ਰਿਹਾ ਹੈ ਇਸ ਕੰਪਨੀ ਦੇ ਸ਼ੁਰੂਆਤ ਵੇਲੇ ਦਾ। ਤਾਂ ਦੋਸਤੋ, ਕੰਪਨੀ ਨੂੰ ਜੱਜ ਕਰਨ ਲਈ ਇਹ ਕੰਪਨੀ ਕਿਸ ਤਰ੍ਹਾਂ ਦੀ ਹੈ, ਤਾਂ ਇੱਕ ਰੇਸ਼ੋ ਹੈ ਆਪਣੇ ਕੋਲ ਮਾਰਕੀਟ ਕੈਪ। ਇਸ ਮਾਰਕੀਟ ਕੈਪ ਦੇ ਅਕੋਰਡਿੰਗਲੀ ਟੋਟਲ 12 ਕੰਪਨੀਆਂ ਦੀ ਮਾਰਕੀਟ ਕੈਪ 77,000 ਕਰੋੜ ਹੈ ਅੱਜ 2021 ਤੱਕ ਦੀ। ਔਰ ਸਭ ਨਾਲੋਂ ਵੱਡੀ ਮਾਰਕੀਟ ਕੈਪ ਭਾਰਤ ਇਲੈਕਟ੍ਰੋਨਿਕ ਦੀ ਤਕਰੀਬਨ 47,000 ਕਰੋੜ ਹੈ। ਉਸ ਤੋਂ ਬਾਅਦ ਭਾਰਤ ਡਾਇਨਾਮਿਕ ਦੀ ਮਾਰਕੀਟ ਕੈਪ 11% ਸ਼ੇਅਰ ਦੇ ਨਾਲ ਤਕਰੀਬਨ 8400 ਕਰੋੜ ਹੈ।
ਤੀਜੀ ਬੜੀ ਕੰਪਨੀ ਮੈਜ਼ਡੌਕ ਹੈ, ਜਿਹੜੀ ਕਿ 6.5% ਮਾਰਕੀਟ ਕੈਪ ਨਾਲ 5000 ਕਰੋੜ ਦੀ ਰੇਸ਼ੋ ਆਪਣੇ ਕੋਲ ਰੱਖਦੀ ਹੈ। ਦੋਸਤੋ ਇਹ ਤਾਂ ਹੋ ਗਈ ਮਾਰਕੀਟ ਕੈਪ ਦੀ ਗੱਲ। ਤੇ ਕੰਪਨੀ ਦੀ ਸੇਲ ਦੀ ਗੱਲ ਕਰੀਏ, 2021 ਫਾਈਨੈਂਸ਼ੀਅਲ ਈਅਰ ਤੱਕ ਟੋਟਲ ਇਹ ਸੈਕਟਰ 23000 ਕਰੋੜ ਦੀ ਸੇਲ ਕਰਦਾ ਸੀ, ਜਿਹਦੇ ਵਿੱਚ ਭਾਰਤ ਇਲੈਕਟ੍ਰੋਨਿਕ 60% ਦੀ ਸੇਲ ਕਰਦਾ ਸੀ, ਮੈਜ਼ਡੌਕ 17% ਦੀ ਸੇਲ ਕਰਦਾ ਸੀ ਔਰ BDL 1900 ਕਰੋੜ ਦੀ ਸੇਲ ਨਾਲ 8% ਸ਼ੇਅਰ ਦੇ ਨਾਲ ਇਸ ਸੈਕਟਰ ਦੇ ਵਿੱਚ ਮੌਜੂਦ ਸੀ। ਪ੍ਰੋਫਿਟ ਦੀ ਜੇ ਦੋਸਤੋ ਗੱਲ ਕਰੀਏ ਤਾਂ ਟੋਟਲ ਇਹ ਸੈਕਟਰ 3300 ਕਰੋੜ ਦਾ ਪ੍ਰੋਫਿਟ ਕਰਦਾ ਹੈ, ਜਿਸ ਦੇ ਵਿੱਚ 63% ਸ਼ੇਅਰ ਕੱਲਾ ਭਾਰਤ ਇਲੈਕਟ੍ਰੋਨਿਕਸ ਕੋਲ ਹੈ, ਫਿਰ ਭਾਰਤ ਡਾਇਨਾਮਿਕਸ ਕੋਲ 500 ਕਰੋੜ ਦਾ ਸ਼ੇਅਰ ਹੈ ਔਰ ਮੈਜ਼ਡੌਕ ਕੋਲ 250 ਕਰੋੜ ਦੇ ਲਾਗੇ ਸ਼ੇਅਰ ਹੈ। ਇਹ ਟੌਪ ਦੀ ਤਿੰਨ ਕੰਪਨੀਆਂ ਨੇ ਜਿਹੜੇ ਕਿ ਮੋਟੇ ਤੌਰ ਤੇ 2700-2800 ਕਰੋੜ ਦਾ ਮਾਰਕੀਟ ਸ਼ੇਅਰ ਲੈ ਕੇ 80% ਸ਼ੇਅਰ ਇਹਨਾਂ ਕੰਪਨੀਆਂ ਕੋਲ ਹੈ। ਦੋਸਤੋ ਆਪਣੀ ਤਿੰਨੋਂ ਸਲਾਈਡਾਂ ਤੋਂ ਸਾਨੂੰ ਇਹ ਸਿੱਟੇ ਵਜੋਂ ਨਿਕਲ ਕੇ ਆ ਰਿਹਾ ਹੈ ਕਿ ਭਾਰਤ ਇਲੈਕਟ੍ਰੋਨਿਕਸ ਇੱਕ ਅੱਛੀ ਕੰਪਨੀ ਹੈ, ਦੂਜੀ ਕੰਪਨੀਆਂ ਵੀ ਚੰਗੀਆਂ ਨੇ, ਪਰ ਅਸੀਂ ਅੱਜ ਭਾਰਤ ਇਲੈਕਟ੍ਰੋਨਿਕਸ ਦੇ ਬਿਹੇਵੀਅਰ ਐਨਾਲਿਸਿਸ ਦੀ ਗੱਲ ਕਰਾਂਗੇ ਕਿ ਇਹਨੇ ਆਪਣੇ ਪਿਛਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਬਿਹੇਵ ਕੀਤਾ ਮਾਰਕੀਟ ਦੇ ਵਿੱਚ, ਸੇਲ ਪੈਟਰਨ ਦੇ ਵਿੱਚ, ਪ੍ਰੋਫਿਟ ਪੈਟਰਨ ਦੇ ਵਿੱਚ। ਤਾਂ ਦੋਸਤੋ ਜੇ ਪ੍ਰੋਫਿਟ ਸੇਲ ਪੈਟਰਨ ਦੀ ਗੱਲ ਕਰੀਏ ਤਾਂ 1988 ਤੋਂ ਲੈ ਕੇ ਹੁਣ ਤੱਕ ਇਸ ਕੰਪਨੀ ਦੀ ਸੇਲ 400 ਕਰੋੜ ਤੋਂ ਲੈ ਕੇ ਤਕਰੀਬਨ ਅੱਜ 14000 ਕਰੋੜ ਤੇ ਪਹੁੰਚ ਚੁੱਕੀ ਹੈ। ਇਹਨਾਂ 33 ਸਾਲਾਂ ਦੇ ਵਿੱਚ ਇਸ ਦੀ ਸੇਲ 34 ਗੁਣਾ ਹੋ ਚੁੱਕੀ ਹੈ ਤੇ 11% ਕੰਪਾਊਂਡਡ ਗਰੋਥ ਦੇ ਨਾਲ ਇਹ ਸੇਲ ਵਧੀ ਹੈ। ਤੇ ਹੁਣ ਜਨਵਰੀ 1 2022 ਨੂੰ ਇਸ ਕੰਪਨੀ ਕੋਲ ਹਲੇ ਵੀ 56000 ਕਰੋੜ ਦੇ ਆਰਡਰ ਬੁੱਕ ਇਸ ਕੰਪਨੀ ਕੋਲ ਹੈਗੇ ਨੇ। ਦੋਸਤੋ ਜੇ ਪ੍ਰੋਫਿਟ ਦੀ ਗੱਲ ਕਰੀਏ, ਇਸ ਕੰਪਨੀ ਦਾ ਪ੍ਰੋਫਿਟ ਇਹਨਾਂ 33 ਸਾਲਾਂ ਦੇ ਵਿੱਚ 87 ਗੁਣਾ ਵਧਿਆ ਹੈ ਔਰ 24 ਕਰੋੜ ਤੋਂ ਲੈ ਕੇ ਹੁਣ ਇਹ ਪ੍ਰੋਫਿਟ 2100 ਕਰੋੜ ਹੋ ਚੁੱਕਿਆ ਹੈ, ਜਿਹੜਾ ਕਿ 15% ਕੰਪਾਊਂਡਡ ਗਰੋਥ ਨਾਲ ਵਧਿਆ ਹੈ। ਦੋਸਤੋ ਜੇ ਰਿਜ਼ਰਵ ਦੀ ਗੱਲ ਕਰੀਏ, ਕੰਪਨੀ ਪ੍ਰੋਫਿਟ ਤੋਂ ਬਾਅਦ ਕੁਝ ਹਿੱਸਾ ਆਪਣੇ ਕੋਲ ਰੱਖਦੀ ਹੈ, ਕੁਝ ਹਿੱਸਾ ਡਿਵੀਡੈਂਡ ਦੇ ਫਾਰਮ ਦੇ ਵਿੱਚ ਅੱਗੇ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ। ਤਾਂ ਜਿਹੜਾ ਰਿਜ਼ਰਵ ਕੰਪਨੀ ਆਪਣੇ ਕੋਲ ਰੱਖਦੀ ਹੈ ਉਹ ਕਿਸੇ ਵੀ ਔਖੀ ਸਿਚੁਏਸ਼ਨ ਨੂੰ ਕਵਰ ਕਰਨ ਲਈ ਬਹੁਤ ਚੰਗਾ ਕੰਮ ਲੱਗਦਾ ਹੈ, ਜਿਵੇਂ ਕਿ ਹੁਣੇ ਆਪਾਂ ਪਿਛਲੇ 2 ਸਾਲਾਂ ਤੋਂ ਇੱਕ ਕੋਵਿਡ ਦੀ ਸਿਚੁਏਸ਼ਨ ਦੇਖ ਰਹੇ ਹਾਂ। 1988 ਦੇ ਵਿੱਚ ਇਹ ਕੰਪਨੀ 122 ਕਰੋੜ ਦਾ ਪ੍ਰੋਫਿਟ ਕਰ ਰਹੀ ਸੀ। ਹੁਣ ਜਦੋਂ ਅੱਜ ਅਸੀਂ ਇਸ ਕੰਪਨੀ 2021 ਦੇਖ ਰਹੇ ਹਾਂ ਤਾਂ ਤਕਰੀਬਨ 10500 ਕਰੋੜ ਦਾ ਪ੍ਰੋਫਿਟ ਕਰ ਰਹੀ ਹੈ, ਜਿਹੜਾ ਕਿ 86 ਗੁਣਾ ਵੱਧ ਚੁੱਕਿਆ ਹੈ ਇਹਨਾਂ 33 ਸਾਲਾਂ ਦੇ ਵਿੱਚ, ਜਿਹਦੀ ਕਿ ਕੰਪਾਊਂਡਡ ਗਰੋਥ 14% ਦੇ ਨੇੜੇ ਬੈਠ ਰਹੀ ਹੈ। ਦੋਸਤੋ ਜੇ ਇਸੇ ਚੀਜ਼ ਨੂੰ ਆਪਾਂ ਟੈਕਨੀਕਲੀ ਗ੍ਰਾਫ ਉੱਤੇ ਦੇਖਣਾ ਚਾਹੀਏ, ਜਿਹੜਾ ਗ੍ਰਾਫ ਆਪਣੇ ਸਾਹਮਣੇ ਹੈ ਇਹ ਇੱਕ ਐਡਜਸਟਡ ਗ੍ਰਾਫ ਹੈ, ਜਿਸ ਦੇ ਵਿੱਚ ਸਪਲਿਟ ਔਰ ਬੋਨਸਿਸ ਐਡਜਸਟ ਕੀਤੇ ਗਏ ਨੇ। ਰੁਪਏ 2000 ਜਿਹੜੀ ਕੀ ਵੈਲਿਊ ਇਸ ਗ੍ਰਾਫ ਦੇ ਵਿੱਚ 1998 ਵਿੱਚ ਸੀਗੀ, ਅੱਜ 2021 ਦੇ ਵਿੱਚ 200 ਰੁਪਏ ਹੈ। ਤਕਰੀਬਨ 100 ਗੁਣਾ ਇਹ ਇਨਕਰੀਜ਼ ਹੋਈ ਹੈ ਤੁਹਾਡੇ ਪ੍ਰਾਈਸ ਦੇ ਵਿੱਚ, ਜੋ ਕਿ ਇਹਨਾਂ 33 ਸਾਲਾਂ ਦੇ ਵਿੱਚ ਬਹੁਤ ਵੱਡੀ ਇਨਕਰੀਜ਼ ਹੈ। ਜੇ ਕਿਸੇ ਬੰਦੇ ਨੇ 2001 ਦੇ ਵਿੱਚ ਬਿਫੋਰ ਗ੍ਰਾਫ ਦੀ ਐਡਜਸਟਮੈਂਟ ਤੋਂ ਪਹਿਲਾਂ ਇਹ 94 ਰੁਪਏ ਸੀ, ਉੱਥੇ ਇਨਵੈਸਟ ਕੀਤੇ ਹੁੰਦੇ ਤਾਂ ਉਸ ਬੰਦੇ ਕੋਲ 265 ਸ਼ੇਅਰ ਹੁੰਦੇ, ਜਿਹੜੇ ਕਿ ਅੱਜ ਸਪਲਿਟ ਔਰ ਬੋਨਸ ਤੋਂ ਬਾਅਦ ਤਕਰੀਬਨ 8745 ਸ਼ੇਅਰ ਬਣ ਜਾਂਦੇ। ਉਹਨਾਂ 8745 ਸ਼ੇਅਰਾਂ ਦੀ ਅੱਜ ਵੈਲਿਊ ਮੇਰੇ ਦੋਸਤੋ ਤਕਰੀਬਨ 17.5 ਲੱਖ ਬੈਠਦੀ ਹੈ। ਔਰ ਜਿਹੜਾ ਕੰਪਨੀ ਨੇ ਡਿਵੀਡੈਂਡ ਦਿੱਤਾ ਦੋਸਤੋ 3,33,000 ਤੱਕ ਕੰਪਨੀ ਅੱਜ ਤੱਕ ਡਿਵੀਡੈਂਡ ਹੀ ਦੇ ਚੁੱਕੀ ਹੈ। ਮਤਲਬ ਕਿ ਤੁਹਾਡੀ ਲਾਈ ਹੋਈ ਰਕਮ ਦਾ ਕਈ ਗੁਣਾ ਤੁਹਾਨੂੰ ਦੋਸਤੋ ਵਾਪਸ ਮਿਲ ਚੁੱਕਿਆ ਹੈ। ਇਹ ਹੈ ਇੱਕ ਮਲਟੀ ਬੈਗਰ ਕੰਪਨੀ ਦੋਸਤੋ। ਤੇ ਜੇ ਆਪਾਂ ਕੁਆਲਿਟੀ ਦੇ ਤੌਰ ਤੇ ਗੱਲ ਕਰੀਏ ਦੋਸਤੋ, ਕੁਆਲਿਟੀ ਇੱਕ ਉਹ ਪੈਰਾਮੀਟਰ ਹੈ ਜਿਹਦੇ ਕਿ ਅਸੀਂ ਜੱਜ ਕਰਾਂਗੇ ਇਹ ਕੰਪਨੀ ਆਪਣੀ ਬਾਕੀ ਕੰਪੀਟੀਟਰ, ਆਪਣੀ ਬਾਕੀ 12 ਕੰਪਨੀਆਂ ਦੇ ਵਿੱਚ ਜਿਹੜੀ ਕੰਪਨੀ ਹੈ ਉਹਨਾਂ ਦੇ ਨਾਲ ਕਿੰਨਾ ਵਧੀਆ ਬੈਠਦੀ ਹੈ ਔਰ ਕਿਵੇਂ ਹੈ। ਇਨਵੈਸਟਮੈਂਟ ਦੋਸਤੋ ਇੱਕ ਚੰਗੇ ਹਰੇ ਭਰੇ ਦਰਖਤ ਵਾਂਗੂ ਹੈ, ਜਿਹਦੇ ਕੇ ਨੀਚੇ ਸਾਡੇ ਆਉਣ ਵਾਲੀ ਜਨਰੇਸ਼ਨ ਉਸਦੇ ਫਰੂਟ ਨੂੰ ਇੰਜੋਏ ਕਰਨਗੀਆਂ। ਉਸਦੇ ਵਿੱਚ ਜ਼ਰੂਰੀ ਕੀ ਹੈ ਦੋਸਤੋ, ਪਹਿਲਾਂ ਇੱਕ ਤੁਹਾਡਾ ਇੱਕ ਚੰਗਾ ਮਾਲੀ ਹੋਣਾ ਜ਼ਰੂਰੀ ਹੈ। ਤੁਹਾਨੂੰ ਉਹ ਨੌਲੇਜ ਹੋਣੀ ਚਾਹੀਦੀ ਹੈ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਕਿ ਮੈਂ ਕੰਮ ਕੀ ਕਰਨਾ ਹੈ, ਜਾਂ ਆਪਣੇ ਆਪ ਨੂੰ ਇੱਕ ਡਿਫਾਈਨਡ ਬੰਦੇ ਤੋਂ ਟ੍ਰੇਨ ਕਰ ਲਓ ਜਿਹਦੇ ਕੋਲ ਇਹ ਨੌਲੇਜ ਹੈ, ਅਗਰ ਤੁਹਾਨੂੰ ਇਹ ਨਹੀਂ ਪਤਾ। ਦੂਜਾ ਕੀ ਚਾਹੀਦਾ ਬੇਟੇ ਬੱਚੇ, ਇੱਕ ਐਕੂਰੇਟ ਸੀਡ, ਰਾਈਟ ਕੰਪਨੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਜਿਸ ਦੇ ਵਿੱਚ ਕਿ ਤੁਸੀਂ ਇਨਵੈਸਟ ਕਰ ਸਕੋ। ਤੀਜਾ ਪ੍ਰੋਪਰ ਸੋਇਲ ਔਰ ਨਰਚਰਿੰਗ, ਇੱਕ ਰਾਈਟ ਮੈਨੇਜਮੈਂਟ ਹੋਣੀ ਚਾਹੀਦੀ ਹੈ ਜਿਹੜੀ ਕਿ ਕੰਪਨੀ ਦੇ ਵਿੱਚ ਹੋਣੀ ਚਾਹੀਦੀ ਹੈ। ਔਰ ਇੱਕ ਟਾਈਮ, ਸਾਨੂੰ ਜੇ ਅਸੀਂ ਕੰਪਨੀ ਦੇ ਵਿੱਚ ਇਨਵੈਸਟਮੈਂਟ ਕਰ ਦਿੰਦੇ ਹਾਂ ਤਾਂ
ਜੇ ਕੰਪਨੀ ਉੱਪਰ ਨੀਚੇ ਉਹਦਾ ਪ੍ਰਾਈਸ ਹੁੰਦਾ ਹੈ ਤਾਂ ਵੋਲੇਟਿਲਿਟੀ ਦੇ ਵਿੱਚ ਸਾਨੂੰ ਸਿਟ ਟਾਈਟ ਦੀ ਸਿਚੁਏਸ਼ਨ ਲੈ ਕੇ ਰੱਖਣੀ ਪੈਣੀ ਹੈ, ਜਿਹਦੇ ਕਿ ਪਹਿਲਾਂ ਅਸੀਂ ਕੰਪਨੀ ਨੂੰ ਜੱਜ ਕਰ ਲਿਆ ਵੀ ਓਕੇ ਹੈ, ਤਾਂ ਉਸ ਵੇਲੇ ਅਸੀਂ ਉਸ ਕੰਪਨੀ ਤੋਂ ਬਾਹਰ ਨਹੀਂ ਨਿਕਲਣਾ। ਤੇ ਦੋਸਤੋ ਇਸੇ ਨਾਲ ਹੀ ਆਪਾਂ ਆਉਣ ਵਾਲੀ ਸਲਾਈਡਸ ਦੇ ਵਿੱਚ ਦੇਖਾਂਗੇ, ਜਿਹੜੀ ਕਿ ਆਪਾਂ ਨੂੰ ਇੱਕ ਕਲੀਅਰ ਕੱਟ ਪਿਕਚਰ ਦਊਗੀ ਕਿ ਅਸੀਂ ਕਿੱਥੇ ਪੈਸਾ ਲਗਾਉਣਾ ਹੈ ਤਾਂ ਕਿ ਸਾਨੂੰ ਆਉਣ ਵਾਲੇ ਟਾਈਮ 'ਚ ਮਲਟੀ ਬੈਗਰ ਰਿਟਰਨਸ ਮਿਲ ਸਕਣ। ਤਾਂ ਦੋਸਤੋ ਕੰਪਨੀ ਨੇ ਜਦੋਂ ਕੋਈ ਸੇਲ ਕਰਦੀ ਹੈ ਤਾਂ ਉਸ ਸੇਲ ਤੋਂ ਬਾਅਦ ਕੰਪਨੀ ਪ੍ਰੋਫਿਟ ਜਨਰੇਟ ਕਰਦੀ ਹੈ, ਤਾਂ ਉਸ ਦੇ ਵਿੱਚੋਂ ਆਪਣੇ ਕੋਲ ਇੱਕ ਰੇਸ਼ੋ ਆਉਂਦੀ ਹੈ ਨੈਟ ਪ੍ਰੋਫਿਟ ਮਾਰਜਨ, ਜਿਹੜੀ ਕਿ ਪੂਰੇ ਸੈਕਟਰ ਦੀ ਤਕਰੀਬਨ 12% ਬੈਠਦੀ ਹੈ ਸਤੰਬਰ ਟਿਲ 2021 ਫਾਈਨੈਂਸ਼ੀਅਲ ਈਅਰ ਦੀ ਕਲੋਜ਼ਿੰਗ ਤੱਕ ਦੇ ਇਸ ਡਾਟਾ ਦੇ ਅਕੋਰਡਿੰਗਲੀ। ਤਾਂ ਡਾਟਾ ਪੈਟਰਨ ਦਾ ਇਹ ਡਾਟਾ ਪ੍ਰੀ ਆਈਪੀਓ ਦਾ ਡਾਟਾ ਹੈ, ਜਿਸ ਦੇ ਵਿੱਚ ਸਾਨੋਂ ਵੱਧ 25% ਦੀ ਉਹ ਨੈਟ ਪ੍ਰੋਫਿਟ ਮਾਰਜਨ ਜਨਰੇਟ ਕਰ ਰਿਹਾ ਹੈ। ਮਿਧਾਨੀ 800 ਕਰੋੜ ਦੀ ਸੇਲ ਕਰਦੇ ਹੋਏ 20% ਦਾ ਪ੍ਰੋਫਿਟ ਜਨਰੇਟ ਕਰ ਰਹੀ ਹੈ। ਸਿੱਕਾ 80 ਕਰੋੜ ਦੀ ਸੇਲ ਕਰਦੇ ਹੋਏ 15% ਦਾ ਪ੍ਰੋਫਿਟ ਜਨਰੇਟ ਕਰ ਰਹੀ ਹੈ, ਜਦ ਕਿ ਉਰੇ ਆਪਣੀ ਕੰਪਨੀ ਭਾਰਤ ਇਲੈਕਟ੍ਰੋਨਿਕਸ 14,000 ਕਰੋੜ ਦੀ ਸੇਲ ਕਰ ਰਹੀ ਹੈ, ਜਿਹੜੀ ਕਿ ਸਭ ਤੋਂ ਵੱਡਾ ਇਹਦੇ ਲਈ ਬਹੁਤ ਬੜਾ ਹਿਊਜ ਬੈਨੀਫਿਟ ਹੈ। 15% ਉਹਦੇ ਉੱਤੇ ਐਡੇ ਬੜੇ ਸੈਗਮੈਂਟ ਉੱਤੇ 15,000 14,000 ਕਰੋੜ ਦੀ ਸੇਲ ਉੱਤੇ 15% ਦਾ ਮਾਰਜਨ ਜਨਰੇਟ ਕਰ ਰਹੀ ਹੈ। ਇੰਟਰਸਟ ਕਵਰੇਜ ਰੇਸ਼ੋ ਦੀ ਦੋਸਤੋ ਜੇ ਗੱਲ ਕਰੀਏ, ਕੰਪਨੀ ਨੇ ਅਗਰ ਕੋਈ ਉਧਾਰੀ ਲਿੱਤੀ ਹੋਈ ਹੈ ਤਾਂ ਉਸਦੇ ਵਿਆਜ ਦੇ ਵਜੋਂ ਅੱਜ ਕੰਪਨੀ ਉਸ ਨੂੰ ਚੁਕਾਉਣ ਦੀ ਕਿੰਨੀ ਕਪੈਸਿਟੀ ਰੱਖਦੀ ਹੈ। ਤਾਂ ਦੋਸਤੋ ਭਾਰਤ ਇਲੈਕਟ੍ਰੋਨਿਕ ਤਕਰੀਬਨ ਪੌਣੇ 500 ਗੁਣਾ ਕਪੈਸਿਟੀ ਰੱਖਦੀ ਹੈ ਉਸ ਵਿਆਜ ਨੂੰ ਚੁਕਾਉਣ ਦੀ। GRSE 100 ਗੁਣਾ ਕਪੈਸਿਟੀ ਰੱਖਦੀ ਹੈ। ਉਸੇ ਤਰ੍ਹਾਂ ਮੈਜ਼ਡੌਕ ਔਰ BDL ਵੀ ਉਨੀ ਹੀ ਕਪੈਸਿਟੀ ਰੱਖਦੀਆਂ ਨੇ, ਜਦਕਿ ਅਪੋਲੋ ਸਿਰਫ 2 ਗੁਣਾ ਕਪੈਸਿਟੀ ਰੱਖਦੀ ਹੈ, 2 ਟਾਈਮਸ ਕਪੈਸਿਟੀ ਰੱਖਦੀ ਹੈ ਆਪਣੇ ਵਿਆਜ ਨੂੰ ਚੁਕਾਉਣ ਦੀ। ਇੰਟਰਸਟ ਕਵਰੇਜ ਰੇਸ਼ੋ ਜੇ ਗੱਲ ਕਰੀਏ ਤਾਂ ਇਹ 2 ਹੈ। ਜਿੰਨੀ ਉਰੇ ਵਧੀਆ ਵੱਡੀ ਫਿਗਰ ਹੋਊਗੀ ਉਹ ਕੰਪਨੀ ਦੀ ਹੈਲਥ ਸ਼ੋ ਕਰਦੀ ਹੈ, ਉਹ ਕੰਪਨੀ ਕਿੰਨੀ ਚੰਗੀ ਹੈ। ਰਿਟਰਨ ਔਨ ਇਕੁਇਟੀ ਦੀ ਜੇ ਗੱਲ ਕਰੀਏ, ਟੋਟਲ ਇਕੁਇਟੀ ਦੇ ਵਿੱਚ ਦੋਸਤੋ ਪ੍ਰਮੋਟਰਸ ਦੀ ਇਕੁਇਟੀ ਔਰ ਆਪਣੇ ਵਰਗੇ ਨਿਵੇਸ਼ਕਾਂ ਦੀ ਇਕੁਇਟੀ ਦੋਨਾਂ ਨੂੰ ਮਿਲਾ ਕੇ ਜੋ ਇਕੁਇਟੀ ਬਣਦੀ ਹੈ ਉਸ ਨੂੰ ਟੋਟਲ ਇਕੁਇਟੀ ਕਿਹਾ ਜਾਂਦਾ ਹੈ। ਕੰਪਨੀ ਉਸ ਦੇ ਉੱਤੇ ਕਿੰਨੀ ਰਿਟਰਨ ਜਨਰੇਟ ਕਰ ਰਹੀ ਹੈ, ਇਸ ਨੂੰ ਆਪਾਂ ਰਿਟਰਨ ਔਨ ਇਕੁਇਟੀ ਕਹਿੰਦੇ ਹਾਂ। ਤਾਂ ਸਭ ਨਾਲੋਂ ਵੱਧ ਰਿਟਰਨ ਔਨ ਇਕੁਇਟੀ ਸਿੱਕਾ ਔਰ BEL ਦੀ ਹੈ, ਜਿਹੜੀ ਕਿ 19% ਦੇ ਨੇੜੇ ਬੈਠ ਰਹੀ ਹੈ। ਉਸ ਤੋਂ ਬਾਅਦ 13% ਤੋਂ 15% ਦੇ ਵਿੱਚ ਲੈ ਕੇ GRSE, ਮੈਜ਼ਡੌਕ ਤੇ ਮਿਧਾਨੀ ਕੰਪਨੀਆਂ ਆਉਂਦੀਆਂ ਨੇ। ਸਭ ਨਾਲੋਂ ਘੱਟ ਰਿਟਰਨ ਔਨ ਇਕੁਇਟੀ ਜ਼ੈਨਟੈਕ ਦੀ ਹੈ। ਦੋਸਤੋ ਪੂਰੇ ਡਾਟਾ ਪੈਟਰਨ ਕੰਪਨੀ ਦਾ ਡਾਟਾ 2021 ਤੱਕ, ਕਿਉਂਕਿ ਉਦੋਂ ਉੱਥੇ ਇਸ ਦਾ IPO ਆਇਆ ਸੀ, ਇਸ ਕਰਕੇ ਅਵੇਲੇਬਲ ਨਹੀਂ ਹੈ, ਪੂਰੇ ਗ੍ਰਾਫ ਦੇ ਵਿੱਚ ਸ਼ੋ ਨਹੀਂ ਕੀਤਾ ਗਿਆ। ਦੋਸਤੋ ਇਸ ਸਲਾਈਡ ਦੇ ਅਕੋਰਡਿੰਗਲੀ ਡੈਟ ਟੂ ਇਕੁਇਟੀ ਦੀ ਜੇ ਗੱਲ ਕਰੀਏ, ਕੰਪਨੀ ਕੋਲ ਕਿੰਨੀ ਉਧਾਰ ਹੈ ਉਹਦੀ ਇਕੁਇਟੀ ਦੇ ਅਗੇਂਸਟ, ਤਾਂ ਮਿਧਾਨੀ ਕੰਪਨੀ ਕੋਲ ਆਪਣੀ ਇਕੁਇਟੀ ਦੇ 37% ਉਧਾਰ ਹੈ। ਸਭ ਨਾਲੋਂ ਘੱਟ ਤਕਰੀਬਨ ਆਹ 4 ਕੰਪਨੀਆਂ ਐਸਟਰਾ ਮਾਈਕਰੋ, BEL, ਅਪੋਲੋ, ਸਿੱਕਾ, ਜ਼ੈਨਟੈਕ, ਇਹ ਸਾਰੀ ਆਪਾਂ ਕੰਪਨੀਆਂ ਗਿਣ ਸਕਦੇ ਹਾਂ। ਇਹ ਜ਼ੀਰੋ ਡੈਟ ਵਾਲੀ ਕੰਪਨੀਆਂ ਨੇ, ਜਿਹੜੀ ਕਿ ਬਹੁਤ ਵਧੀਆ ਗੱਲ ਹੈ ਇਹਨਾਂ ਕੰਪਨੀਆਂ ਲਈ। ਦੋਸਤੋ ਉਰੇ ਮੈਂ ਫਿਰ ਕਹਿਣਾ ਚਾਹੂੰਗਾ, ਡਾਟਾ ਪੈਟਰਨ ਦਾ IPO ਹੁਣੇ ਦਸੰਬਰ 21 ਦੇ ਵਿੱਚ ਆਇਆ ਹੈ, ਤਾਂ ਉਸ ਕਰਕੇ ਉਸ ਦਾ ਡਾਟਾ ਆਪਣੇ ਕੋਲ ਅਵੇਲੇਬਲ ਨਹੀਂ ਹੈ। ਦੋਸਤੋ ਉੱਪਰਲੀ ਸਾਰੀ ਗੱਲ ਨੂੰ ਜੇ ਮੈਂ ਨਿਚੋੜ ਦੇ ਤੌਰ ਤੇ ਤੁਹਾਡੇ ਸਾਹਮਣੇ ਪੇਸ਼ ਕਰਾਂ ਤਾਂ ਮਾਰਕੀਟ ਕੈਪ ਦੇ ਵਿੱਚ BEL ਨੰਬਰ 1, ਸੇਲ ਦੇ ਵਿੱਚ ਨੰਬਰ 1, ਨੈਟ ਪ੍ਰੋਫਿਟ ਮਾਰਜਨ ਦੇ ਵਿੱਚ ਚੌਥੇ ਨੰਬਰ ਤੇ, ICR ਦੇ ਵਿੱਚ ਨੰਬਰ 1, ROE ਨੰਬਰ 2, ਡੈਟ ਟੂ ਇਕੁਇਟੀ ਨੰਬਰ 1। ਟੋਟਲ ਏਜ ਦਾ ਜੇ ਜੋੜ ਬਣਦਾ ਹੈ ਉਹ 10 ਬਣਦਾ ਹੈ, ਜਿਹੜਾ ਕਿ ਜਿੰਨਾ ਛੋਟਾ ਹੋਏਗਾ ਉਨਾ ਵਧੀਆ ਹੋਏਗਾ। ਤਾਂ ਉਰੇ ਇੱਕ ਭਾਰਤ ਇਲੈਕਟ੍ਰੋਨਿਕ ਆਪਣੀ ਬਾਕੀ ਕੰਪਨੀਆਂ ਨਾਲੋਂ ਇੱਕ ਸਟੈਪ ਅੱਗੇ ਆ ਜਾਂਦੀ ਹੈ ਕਿ ਤੁਸੀਂ ਮੇਰੇ ਵਿੱਚ ਇਨਵੈਸਟਮੈਂਟ ਲਗਾ ਸਕਦੇ ਹੋ। ਦੋਸਤੋ ਪੂਰੇ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਕੰਨਿਓ ਇੱਕ ਕਲੌਜ਼ ਹੈ ਕਿ ਤੁਸੀਂ ਡਿਫੈਂਸ ਕੰਪਨੀ ਦੇ ਵਿੱਚ ਸੈਗਮੈਂਟਲ ਐਨਾਲਿਸਿਸ ਨਹੀਂ ਮਿਲ ਸਕਦਾ ਤੁਹਾਨੂੰ। ਦੋਸਤੋ ਤੁਹਾਡੇ ਪ੍ਰੋਫਿਟ ਨੂੰ ਸਭ ਨਾਲੋਂ ਵੱਧ ਕੀ ਚੀਜ਼ ਖਾਂਦੀ ਹੈ, ਇਸ ਦੇ ਵਿੱਚ ਇਸ ਕੰਪਨੀ ਦੀ ਮਟੀਰੀਅਲ ਕਾਸਟ ਹੈ। ਦੂਜੇ ਨੰਬਰ ਦਾ ਸਭ ਨਾਲੋਂ ਵੱਡਾ ਖਰਚਾ ਇਸ ਕੰਪਨੀ ਲਈ ਇਸ ਦੇ EMPLOYEE ਬੈਨੀਫਿਟਸ ਨੇ। ਥਰਡ ਅਦਰ ਐਕਸਪੈਂਸਿਸ ਨੇ, ਤੇ ਡੈਪਰੀਸੀਏਸ਼ਨ ਔਰ ਫਾਈਨਾਂਸ ਕਾਸਟ ਥੋੜਾ ਬਹੁਤ ਉਸ ਦੇ ਅੱਗੇ ਨੇ। ਮੇਜਰ ਕਾਸਟ ਦੇ ਤੌਰ ਤੇ ਜੇ ਦੋਸਤੋ ਗੱਲ ਕਰੀਏ ਇਸ 9 ਮੰਥ ਰਿਜ਼ਲਟ ਦੇ ਉੱਤੇ, ਤਾਂ ਪਿਛਲੇ 9 ਮਹੀਨੇ ਫਾਈਨੈਂਸ਼ੀਅਲ ਈਅਰ 2021 ਦੀ ਤੇ ਇਹ 9 ਮਹੀਨੇ 2022 ਫਾਈਨੈਂਸ਼ੀਅਲ ਈਅਰ ਦੀ ਜੇ ਗੱਲ ਕਰੀਏ, ਮੈਟੀਰੀਅਲ ਦੀ ਕਾਸਟ ਦੇ ਵਿੱਚ 29% ਦਾ ਵਾਧਾ ਹੋਇਆ ਹੈ। ਦੋਸਤੋ ਇਹ ਵਾਧਾ ਦੇਖਣਯੋਗ ਹੈ ਤੇ ਇਸ ਤੋਂ
ਆਉਣ ਵਾਲੇ ਟਾਈਮ ਦੇ ਵਿੱਚ ਕੀ ਸਾਨੂੰ ਇਫੈਕਟ ਪੈਣਗੇ, ਅਸੀਂ ਮਾਰਚ 22 ਤੱਕ ਜੋ ਕਲੋਜ਼ਿੰਗ ਆਏਗੀ ਉਸ ਉੱਤੇ ਇੱਕ ਨਿਗਾਹ ਰੱਖਾਂਗੇ। ਸ਼ੇਅਰ ਹੋਲਡਿੰਗ ਪੈਟਰਨ ਦੀ ਜੇ ਦੋਸਤੋ ਗੱਲ ਕਰੀਏ, ਅਲੱਗ-ਅਲੱਗ ਸਿਚੁਏਸ਼ਨ ਦੇ ਉੱਤੇ ਕੰਪਨੀ ਦੇ ਸ਼ੇਅਰ ਹੋਲਡਿੰਗ ਪੈਟਰਨ ਕੀ ਰਿਹਾ, ਉਹ ਆਪਾਂ ਰਾਈਟ ਹੈਂਡ ਸਾਈਡ ਦੀ ਸਲਾਈਡ ਦੇਖਾਂਗੇ। ਪਹਿਲਾਂ ਅੱਜ ਸ਼ੇਅਰ ਹੋਲਡਿੰਗ ਪੈਟਰਨ ਦਸੰਬਰ 2021 ਦੇ ਵਿੱਚ ਕੀ ਹੈ। ਪ੍ਰਮੋਟਰਸ ਕੋਲ 51% ਸਟੇਕ ਹੈ, ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਹੈ। ਮਿਊਚੁਅਲ ਫੰਡ ਤੇ ਇੰਸ਼ੋਰੈਂਸ ਕੰਪਨੀਆਂ ਕੋਲ 27% ਦਾ ਸਟੇਕ ਹੈ, ਜਿਹੜੇ ਕਿ ਡੋਮੈਸਟਿਕ ਇਨਵੈਸਟਰ ਨੇ। ਵਿਦੇਸ਼ੀ ਨਿਵੇਸ਼ਕਾਂ ਕੋਲ 17% ਦਾ ਸਟੇਕ ਹੈ, ਜਿਹੜੇ ਕਿ ਥਰਡ ਲਾਰਜੈਸਟ ਸਟੇਕ ਹੈ। ਔਰ ਰਿਟੇਲ ਨਿਵੇਸ਼ਕ ਜਿਹੜੇ ਕਿ ਬਹੁਤ ਘੱਟ ਨੇ, ਉਹ 5% ਦਾ ਸਟੇਕ ਲੈ ਕੇ ਬੈਠੇ ਨੇ। ਕਿ ਦੋਸਤੋ ਆਪਾਂ ਕੰਪੇਅਰ ਕਰੀਏ ਪਿਛਲੇ 10 ਸਾਲਾਂ ਦੇ ਸ਼ੇਅਰ ਹੋਲਡਿੰਗ ਪੈਟਰਨ ਨੂੰ, ਦਸੰਬਰ 2011 ਤੋਂ ਦਸੰਬਰ 2021 ਦੇ ਪੈਟਰਨ ਨੂੰ, ਤਾਂ ਪ੍ਰਮੋਟਰ ਮੀਨਸ ਗਵਰਨਮੈਂਟ ਨੇ ਆਪਣਾ ਸਟੇਕ ਡਿਕਰੀਜ਼ ਕੀਤਾ ਹੈ ਕੁਝ ਆਪਣੀ ਪਾਲਿਸੀਜ਼ ਦੇ ਰਿਗਾਰਡਿੰਗ। ਔਰ म्यूचुअल फंड, इंश्योरेंस और फाइनेंशियल इंस्टीट्यूशंस ने अपना स्टेक ਵਧਾਇਆ है 16% ਤੋਂ 27% ਕਰ ਲਿੱਤਾ ਹੈ। ਫੋਰਨ ਪੋਰਟਫੋਲੀਓ ਇਨਵੈਸਟਰਸ ਨੇ 6% ਤੋਂ ਆਪਣਾ ਸਟੇਕ ਵਧਾ ਕੇ 17% ਕਰ ਲਿੱਤਾ ਹੈ। ਉੱਥੇ ਹੀ ਰਿਟੇਲ ਨਿਵੇਸ਼ਕਾਂ ਨੇ ਵੀ ਆਪਣਾ ਸਟੇਕ 2% ਤੋਂ ਵਧਾ ਕੇ 5% ਕਰ ਲਿੱਤਾ ਹੈ, ਜਿਹੜੇ ਕਿ ਬਹੁਤ ਹੀ ਸ਼ਲਾਘਾਯੋਗ ਗੱਲ ਹੈ। ਦੋਸਤੋ, ਇਸ ਕੰਪਨੀ ਦੀ ਆਪਾਂ ਪਿਛੋਕੜ ਦੀ ਗੱਲ ਕਰ ਲਈ, ਪਰ ਅੱਜ ਮੌਜੂਦਾ ਤੌਰ ਤੇ ਕੀ ਕੰਪਨੀ ਕਰ ਰਹੀ ਹੈ, ਤਾਂ ਜਿਹੜਾ 2021 ਸਾਲ ਖਤਮ ਹੋਇਆ, ਫਾਈਨੈਂਸ਼ੀਅਲ ਈਅਰ 21 ਖਤਮ ਹੋਇਆ, ਤਾਂ ਉਸ ਦੇ ਵਿੱਚ ਕੰਪਨੀ 10% ਦੀ ਸੇਲ ਦੀ ਗਰੋਥ ਉੱਤੇ ਸੀਗੀ ਤੇ 15% ਦੀ ਪ੍ਰੋਫਿਟ ਦੀ ਗਰੋਥ ਦੇ ਉੱਤੇ ਸੀ, ਜਿਹੜਾ ਕਿ ਸਾਨੂੰ ਕੁਆਟਰ 1 ਆਉਂਦੇ ਆਉਂਦੇ ਸਾਰਾ ਸੀਨ ਨੈਗੇਟਿਵ 'ਚ ਦੇਖਣ ਨੂੰ ਮਿਲਿਆ। ਹੁਣ ਜਿਹੜਾ 9 ਮੰਥ 2022 ਫਾਈਨੈਂਸ਼ੀਅਲ ਈਅਰ ਦਾ ਕਲੋਜ਼ ਹੋਇਆ, ਤੀਜੀ ਤਿਮਾਹੀ ਦਸੰਬਰ ਦੇ ਵਿੱਚ ਕਲੋਜ਼ ਹੋਈ, ਉਸ ਦੇ ਵਿੱਚ ਕੰਪਨੀ 25% ਦੀ ਸੇਲ ਗਰੋਥ ਉੱਤੇ ਸੀਗੀ ਔਰ 70% ਮਾਰਜਨ ਦੀ ਪ੍ਰੋਫਿਟ ਦੀ ਗਰੋਥ ਉੱਤੇ ਸੀ, ਜਿਹੜਾ ਕਿ ਅਸੀਂ ਅਨੁਮਾਨ ਲਗਾ ਰਹੇ ਹਾਂ ਕਿ 2022 ਆਉਂਦੇ ਆਉਂਦੇ ਵੀ ਇਹੀ ਫਿਗਰ ਰਹੂਗੀ, 25% ਦੀ ਸੇਲ ਗਰੋਥ ਔਰ 70% ਦੀ ਪ੍ਰੋਫਿਟ ਦੀ ਗਰੋਥ। ਦੋਸਤੋ, ਇਸੇ ਨੂੰ ਜੇ ਆਪਾਂ ਟੇਬਲ ਦੀ ਫਾਰਮ 'ਚ ਦੇਖੀਏ ਤਾਂ ਅਸੀਂ ਸ਼ਾਰਟ ਟਰਮ ਦੇ ਤੌਰ ਤੇ 25% ਦੀ ਸੇਲ ਦੀ ਗਰੋਥ ਔਰ 70% ਦੀ ਪ੍ਰੋਫਿਟ ਦੀ ਗਰੋਥ ਐਜ਼ਿਊਮ ਕਰਕੇ ਚੱਲ ਰਹੇ ਹਾਂ, ਸਾਨੂੰ ਦੇਖਣ ਨੂੰ ਮਿਲ ਸਕਦੀ ਹੈ। ਪਰ ਕੰਜ਼ਰਵੇਟਿਵ ਰਹਿੰਦੇ ਹੋਏ, ਥੋੜਾ ਜਿਹਾ ਆਪਣੇ ਇਸ ਰੁਝਾਨ ਨੂੰ ਨੀਵੇਂ ਰੱਖਦੇ ਹੋਏ ਆਪਾਂ ਦੇਖਦੇ ਹਾਂ ਕਿ ਲੌਂਗ ਟਰਮ ਦੀ ਗਰੋਥ ਦੇ ਉੱਤੇ ਅਸੀਂ ਇਸ ਨੂੰ 12% ਹੀ ਦੋਨੋਂ ਪਾਸੇ ਦੇਖਣ ਨੂੰ ਉਮੀਦ ਕਰ ਰਹੇ ਹਾਂ। ਤੇ ਦੋਸਤੋ, ਅਗਰ ਇਸ ਨੂੰ ਆਪਾਂ ਗ੍ਰਾਫ ਦੇ ਸਲਾਈਡ ਦੀ ਫਾਰਮ ਦੇਖੀਏ, 2022 ਦੇ ਵਿੱਚ ਸਾਨੂੰ ਇਹੀ ਸੇਲ 17,000 ਕਰੋੜ ਦੇਖਣ ਨੂੰ ਮਿਲ ਸਕਦੀ ਹੈ, ਜਿਹੜੀ ਕਿ 2035 ਤੱਕ ਜਾਂਦੇ ਜਾਂਦੇ 12% ਕੰਪਾਊਂਡਡ ਗਰੋਥ ਨਾਲ ਸਾਨੂੰ 75,000 ਕਰੋੜ ਦੀ ਸੇਲ ਵੀ ਦੇਖਣ ਨੂੰ ਮਿਲ ਸਕਦੀ ਹੈ। ਪ੍ਰੋਫਿਟ ਦੇ ਤੌਰ ਤੇ ਦੋਸਤੋ ਜੇ ਗੱਲ ਕਰੀਏ, ਕੰਪਨੀ ਹੁਣ 3500 ਕਰੋੜ ਦੇ ਨੇੜੇ ਪ੍ਰੋਫਿਟ ਜਨਰੇਟ ਕਰੂਗੀ, ਜਿਹੜੇ ਕਿ 2035 ਤੱਕ ਆਉਂਦੇ ਆਉਂਦੇ 15,500 ਕਰੋੜ ਦਾ ਪ੍ਰੋਫਿਟ ਹੋ ਸਕਦਾ ਹੈ। ਅਰਨਿੰਗ ਪਰ ਸ਼ੇਅਰ ਦੀ ਗੱਲ ਕਰੀਏ ਤਾਂ ਦੋਸਤੋ, ਅੱਜ ਇਹੀ ਕੰਪਨੀ 15 ਰੁਪਏ ਦਾ ਅਰਨਿੰਗ ਪਰ ਸ਼ੇਅਰ 2022 ਤੱਕ ਆਉਂਦੇ ਆਉਂਦੇ ਜਨਰੇਟ ਕਰ ਸਕਦੀ ਹੈ, ਜਿਹੜਾ ਕਿ 2035 ਆਉਂਦੇ ਆਉਂਦੇ ਸਾਨੂੰ 64 ਰੁਪਏ ਦੇਖਣ ਨੂੰ ਮਿਲ ਸਕਦਾ ਹੈ। ਪਰ ਦੋਸਤੋ, ਆਪਾਂ ਜੇ ਫੇਅਰ ਵੈਲਿਊ ਦੀ ਗੱਲ ਕਰੀਏ ਤਾਂ 2022 ਦੇ ਵਿੱਚ ਇਹੀ ਫੇਅਰ ਵੈਲਿਊ 200 ਰੁਪਏ ਦੇ ਨੇੜੇ ਰਹਿ ਸਕਦੀ ਹੈ ਔਰ 2035 ਤੱਕ ਆਉਂਦੇ ਆਉਂਦੇ ਇਹੀ ਸਾਨੂੰ ਫੇਅਰ ਵੈਲਿਊ 876 ਰੁਪਏ, ਮੋਟੇ ਤੌਰ ਤੇ 900 ਰੁਪਏ ਦੇਖਣ ਨੂੰ ਮਿਲ ਸਕਦੀ ਹੈ। ਟੈਕਨੀਕਲੀ ਗ੍ਰਾਫ ਦੀ ਫਾਰਮ 'ਚ ਜੇ ਦੋਸਤੋ ਦੇਖੀਏ, ਇਹ ਭਾਰਤ ਇਲੈਕਟ੍ਰੋਨਿਕਸ ਦਾ ਟੈਕਨੀਕਲ ਚਾਰਟ ਹੈ, ਉਸ ਦੇ ਵਿੱਚ ਇਹ ਕੰਪਨੀ ਨੇ ਹਾਲੇ ਬ੍ਰੇਕਆਊਟ ਦਿੱਤਾ ਹੈ ਤੇ ਆਪਾਂ ਇਹਨੂੰ 175 ਤੋਂ ਲੈ ਕੇ 140 ਰੁਪਏ ਦੀ ਰੇਂਜ ਦੇ ਵਿੱਚ ਮੋਟੇ ਤੌਰ ਤੇ ਅਕਮੂਲੇਟ ਕਰ ਸਕਦੇ ਹਾਂ। ਹੁਣ ਇਹ ਸਾਈਡਵੇਜ਼ ਰੇਂਜ ਦੇ ਵਿੱਚ ਚੱਲ ਰਿਹਾ ਹੈ, ਜਿੱਥੇ ਕਿ ਅਸੀਂ ਸਿਪ ਮਾਧਿਅਮ ਦੇ ਰਾਹੀਂ ਇਹਨੂੰ ਥੋੜਾ ਥੋੜਾ ਲੈ ਸਕਦੇ ਹਾਂ ਔਰ ਆਉਣ ਵਾਲਾ ਲੰਬੇ ਸਮੇਂ ਦਾ ਟਾਰਗੇਟ ਸਾਡਾ 600 650 ਰੁਪਏ ਹੋਣ ਵਾਲਾ ਹੈ, ਜਿਹੜਾ ਕਿ 5-6 ਸਾਲ ਤੱਕ ਆਉਣ ਦੀ ਉਮੀਦ ਹੈ, ਜਿਹਦੇ ਵਿੱਚ ਸਾਨੂੰ ਲਗਾਤਾਰ ਕੰਸਿਸਟੈਂਟ ਡਿਵੀਡੈਂਡ, ਜਿਹੜੇ ਕਿ ਮੈਂ ਪਹਿਲਾਂ ਗ੍ਰਾਫ ਦੇ ਵਿੱਚ ਗੱਲ ਕੀਤੀ, ਕੰਪਨੀ ਸਾਨੂੰ ਕੰਸਿਸਟੈਂਟ ਡਿਵੀਡੈਂਡ ਦਿੰਦੀ ਰਹੂਗੀ, ਜਿਹੜਾ ਕਿ ਸਾਡੀ ਇਨਵੈਸਟਮੈਂਟ ਨਾਲੋਂ ਕਿਤੇ ਕਈ ਗੁਣਾ ਹੈ। ਦੋਸਤੋ, ਤਾਂ ਪੂਰੇ ਉੱਪਰਲੀ ਡਿਸਕਸ਼ਨ ਤੋਂ ਆਪਾਂ ਮੇਜਰ ਕੀ ਪੁਆਇੰਟਸ ਨੇ ਜਿਹੜੇ ਕਿ ਆਪਾਂ ਨਿਗਾਹ 'ਚ ਰੱਖ ਸਕਦੇ ਹਾਂ ਕਿ ਸਾਡੀ ਜਿਹੜੀ ਕੰਪਨੀ ਅੰਡਰ ਡਿਸਕਸ਼ਨ ਹੈ ਉਹ ਹਾਈ ਮਾਰਕੀਟ ਕੈਪ ਵਾਲੀ ਕੰਪਨੀ ਹੈ, ਸੇਲ ਔਰ ਪ੍ਰੋਫਿਟ ਦੇ ਤੌਰ ਤੇ ਵੀ ਸਾਰੇ ਆਪਣੇ ਕੰਪੀਟੀਟਰਸ ਨਾਲੋਂ ਅਗਾਂਹ ਵਧੂ ਕੰਪਨੀ ਹੈ। ਸੇਲ ਔਰ ਉਹਦੀ ਪੈਟ ਗਰੋਥ 11 ਤੋਂ 15% CAGR ਹੈ। CAGR ਕੰਪਾਊਂਡਡ ਗਰੋਥ ਦਾ ਜੇ ਆਪਾਂ ਮੋਟੇ ਤੌਰ ਤੇ ਇਹਨੂੰ ਸਮਝਣਾ ਚਾਹੀਏ, 72 ਦਾ ਇੱਕ ਰੂਲ ਹੁੰਦਾ ਹੈ, ਜੇ ਆਪਾਂ 72 ਤਕਸੀਮੇ 11 ਕਰੀਏ ਤਾਂ ਮੋਟੇ ਤੌਰ ਤੇ 6.6 ਇੱਕ ਫਿਗਰ ਆਉਂਦੀ ਹੈ। ਮਤਲਬ ਕਿ ਤੁਹਾਡੀ ਫਿਗਰ, ਕੋਈ ਵੀ ਫਿਗਰ ਹੈ, ਉਹ ਆਉਣ ਵਾਲੇ 6.5 ਸਾਲਾਂ 7 ਸਾਲਾਂ ਦੇ ਵਿੱਚ ਦੁੱਗਣੀ ਹੋ ਜਾਊਗੀ।
ਤੀਜੇ ਤੌਰ ਤੇ ਜੇ ਗੱਲ ਕਰੀਏ ਆਈਸੀਆਰ, ਰਿਟਰਨ ਔਨ ਇਕੁਇਟੀ, ਡੈਟ ਟੂ ਇਕੁਇਟੀ ਔਰ ਸਾਰੀਆਂ ਵਧੀਆਂ ਨੇ ਔਰ ਨੈਟ ਪ੍ਰੋਫਿਟ ਮਾਰਜਨ ਵੀ ਕੰਪਨੀ ਦਾ ਇੰਡਸਟਰੀ ਐਵਰੇਜ ਤੋਂ ਉੱਪਰ ਹੈ। ਦੋਸਤੋ ਜੇ ਨਿਵੇਸ਼ ਦੇ ਤੌਰ ਤੇ ਗੱਲ ਕਰੀਏ ਤਾਂ ਇਹ ਕੰਪਨੀ ਕੰਸਿਸਟੈਂਟ ਡਿਵੀਡੈਂਡ ਪ੍ਰੋਵਾਈਡਰ ਹੈ, ਤਾਂ ਇਸ ਦੇ ਵਿੱਚ ਪ੍ਰਾਈਸ ਐਪਰੀਸੀਏਸ਼ਨ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ। ਤੇ ਸਿੱਟੇ ਵਜੋਂ ਜੇ ਆਪਾਂ ਗੱਲ ਕਰੀਏ ਦੋਸਤੋ, ਇਸ ਤਰ੍ਹਾਂ ਦੀ ਕੰਪਨੀ ਆਪਾਂ 2 ਤੋਂ 3% ਆਪਣੇ ਪੋਰਟਫੋਲੀਓ ਦੇ ਵਿੱਚ ਰੱਖ ਸਕਦੇ ਹਾਂ। ਡਿਸਕਲੇਮਰ ਦੇ ਤੌਰ ਤੇ ਦੋਸਤੋ ਮੈਂ ਗੱਲ ਕਰਨੀ ਚਾਹਾਂਗਾ, ਜਿਹੜੀ ਕਿ ਇਹ ਸਟੱਡੀ ਮੈਂ ਉੱਪਰ ਕੀਤੀ ਗਈ ਹੈ, ਇੱਕ ਪ੍ਰੈਜੈਂਟੇਸ਼ਨ ਕੀਤੀ ਗਈ ਹੈ, ਇਹ ਸਿਰਫ ਸਟੱਡੀ ਪਰਪਸ ਦੇ ਲਈ ਹੈ। ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਗਾਈਡੈਂਸ ਉਰੇ ਗਾਈਡਲਾਈਨਸ ਨਹੀਂ ਦਿੱਤੀਆਂ ਜਾ ਰਹੀਆਂ। ਤੁਸੀਂ ਕੋਈ ਵੀ ਇਨਵੈਸਟਮੈਂਟ ਕਰਨ ਲਈ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਮੇਕ ਇਨ ਇੰਡੀਆ ਪ੍ਰੋਜੈਕਟ ਰਾਹੀਂ ਜਿਵੇਂ ਕਿ ਕੰਪਨੀ ਆਪਣੇ ਡਿਫੈਂਸ ਸੈਕਟਰ ਨੂੰ ਮਜ਼ਬੂਤ ਕਰ ਰਹੀ ਹੈ, ਤੁਸੀਂ ਵੀ ਆਪਣੀ ਨੌਲੇਜ ਵਿੱਚ ਵਾਧਾ ਕਰਕੇ ਆਪਣੇ ਆਪ ਨੂੰ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕਰੋ ਤੇ ਆਉਣ ਵਾਲਾ ਸਮਾਂ ਤੁਹਾਡੇ ਲਈ ਸਿਹਤ ਭਰਿਆ ਹੋਵੇ ਤੇ ਖੁਸ਼ੀਆਂ ਭਰਿਆ ਹੋਵੇ, ਤੁਹਾਡੇ ਉੱਤੇ ਪੈਸੇ ਦੀ ਬਰਸਾਤ ਹੋਵੇ ਦੋਸਤੋ। ਇਸ ਲਈ ਇਸੇ ਨਾਲ ਮੈਂ ਬਹੁਤ ਬਹੁਤ ਨਮਸਕਾਰ ਆਖਦਾ ਹਾਂ ਤੇ ਤੁਹਾਡਾ ਜੀਵਨ ਸਫਲ ਹੋਵੇ ਦੋਸਤੋ। ਨਮਸਕਾਰ।